ਹੁਣ ਕੁਦਰਤੀ ਹੀ ਗੱਲ ਸ਼ੁਰੂ ਹੋਈ ਹੈ ਤੇ ਮੈਨੂੰ ਖਿਆਲ ਹੈ ਵੀ ਹਜ਼ਾਰਾਂ ਹੀ ਜਗਿਆਸੂ ਸਾਧਕ ਘਰ-ਬਾਰ ਛੱਡ ਕੇ ਨਿਕਲਦੇ ਹਨ ਸੱਤ ਦੀ ਖੋਜ ਵਿੱਚ, ਜਿਹਨੂੰ ਤੁਸੀਂ ਸੁਣ ਕਿਹਾ ਹੈ, ਪਰ ਰਸਤੇ ਦੇ ਵਿੱਚ ਹੀ ਅਟਕ ਜਾਂਦੇ ਹਨ। ਫਾਸਨ ਕੀ ਵਿਦ ਸਭ ਕੋ ਜਾਣੇ, ਛੂਟਨ ਕੀ ਇੱਕ ਕੋ। ਮਾਇਆ ਬੜੀ ਪ੍ਰਬਲ ਹੈ, ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਫੇਰ ਸੰਸਾਰ ਦੇ ਵਿੱਚ ਉਲਝਾ ਲੈਂਦੀ ਹੈ। ਤੇ ਤੁਸੀਂ ਦੇਖੋ, ਕਈਆਂ ਨੂੰ ਇੰਨੀ ਜਗਿਆਸਾ ਹੁੰਦੀ ਹੈ, ਪਿਆਸ ਹੁੰਦੀ ਹੈ, ਜਿਵੇਂ ਇਹ ਸੰਤ ਸ਼ਿਕਤਰ ਸਿੰਘ ਜੀ ਸਨ। ਇਹਨਾਂ ਦੇ ਨਾਲ ਬਲਵੀਰ ਸਿੰਘ ਜੀ, ਦੋਵਾਂ ਨੇ ਘਰ ਤੇ ਆ ਗਿਆ ਸੀ। ਉਦੋਂ ਬੜਾ ਵੈਰਾਗ ਸੀ, ਕਹਿੰਦੇ ਭਟਕਦੇ ਰਹੇ ਥਾਂ ਥਾਂ ਤੇ, ਸਾਧੂ ਮਹਾਤਮਾ ਦੀ ਸੰਗਤ ਕਰਦੇ ਰਹੇ। ਬਹੁਤ ਸੰਗਤ ਕੀਤੀ ਹੈ ਸਾਧੂ ਮਹਾਤਮਾ ਨੇ। ਫਿਰ ਇਹਨਾਂ ਨੇ ਇਹ ਵੀ ਸੰਕਲਪ ਕੀਤਾ ਸੀ ਕਿ ਉਹ ਸਥਾਨ ਨਹੀਂ ਬਣਾਉਣਾ ਹੈ, ਜਗ੍ਹਾ ਤੇ ਨਹੀਂ ਰਹਿਣਾ। ਇਹਨਾਂ ਨੂੰ ਵੀ ਪਤਾ ਸੀ ਵੀ ਜਗ੍ਹਾ ਬਣ ਗਈ ਤੇ ਫਿਰ ਮੋਹ ਪੈ ਜਾਣਾ, ਪਰ ਹੋਇਆ ਉੱਦਾਂ ਹੀ। ਤੇ ਜਿਹੜੇ ਘਰੋਂ ਨਿਕਲੇ ਸਨ ਇੰਨੀ ਪਿਆਸ ਦੁਆਰਾ, ਜਿਨ੍ਹਾਂ ਨੂੰ ਇੰਨੀ ਤੜਪ ਸੀ, ਉਹ ਫੇਰ ਰਸਤੇ 'ਚ ਰੁਕ ਗਏ। ਤਰਸ ਆਉਂਦਾ ਹੈ। ਹੁਣ ਕਾਫੀ ਉਮਰ ਵੀ ਹੋ ਚੁੱਕੀ ਹੈ ਤੇ ਹੁਣ ਵੀ ਉਹ ਨੌਜਵਾਨ ਦੱਸਦਾ ਹੈ ਵੀ ਮੈਨੂੰ ਵਿਧੀਆਂ ਦੱਸੀਆਂ ਹੋਈਆਂ ਹਨ ਸਾਧਨਾ ਦੀਆਂ, ਉਹ ਮੈਂ ਵਿਧੀਆਂ ਦੁਆਰਾ ਸਾਧਨਾ ਕਰਦਾ ਹੁੰਨਾ, ਸੁੰਨ ਸਮਾਧੀ ਲਾਉਣਾ ਹੁੰਨਾ। ਕਹਿੰਦਾ ਨਿਰਵਿਚਾਰ ਹੋਣ। ਮੈਨੂੰ ਪੁੱਛਿਆ ਵੀ ਨਿਰਵਿਚਾਰ ਹੋਵੇਂਗਾ ਕਿਵੇਂ, ਸੁੰਨ ਸਮਾਧੀ ਕਿਵੇਂ ਲਾਵੇਂਗਾ? ਜਿੰਨਾ ਚਿਰ ਸੰਸਾਰ ਦੀ ਵਾਸ਼ਨਾ ਹੈ, ਚਾਹਤ ਹੈ, ਉਹਨਾਂ ਚਿਰ ਤੁਸੀਂ ਨਿਰਵਿਚਾਰ ਥੋੜ੍ਹੀ ਹੋ ਸਕਦੇ। ਚਾਹਤ ਕਰਕੇ ਤੇ ਵਿਚਾਰ ਚੱਲ ਰਹੇ ਹਨ। ਤਾਂ ਮੈਨੂੰ ਉਹਨੇ ਅੱਜ ਇਹ ਵੀ ਦੱਸਿਆ ਸੀ ਵੀ ਪਹਿਲਾਂ ਵੀ 8-10 ਸਾਲ ਪਹਿਲਾਂ ਮੈਂ ਤੁਹਾਡੇ ਕੋਲ ਆਇਆ ਸੀ, ਉਦੋਂ ਮੇਰੀ ਇੱਛਾ ਵਿਆਹ ਕਰਾਉਣ ਦੀ ਸੀ, ਸ਼ਾਦੀ ਕਰਾਉਣ ਦੀ। ਤੇ ਮੈਂ ਤੁਹਾਨੂੰ ਪੁੱਛਿਆ ਸੀ ਵੀ ਸ਼ਾਦੀ ਕਰਾਵਾਂ ਕਿ ਨਾ, ਤੁਸੀਂ ਕਿਹਾ ਸੀ ਵੀ ਕਰਾ ਲਾ। ਮੈਂ ਕਿਹਾ ਵੀ ਠੀਕ ਹੀ ਕਿਹਾ ਹੋਏਗਾ ਤੇਰੇ ਵੱਲ ਦੇਖ ਕੇ। ਵੀ ਅਗਰ ਵਾਸ਼ਨਾ ਹੈ ਤੇ ਵਾਸ਼ਨ ਨੂੰ ਭੋਗ ਲੋ, ਸ਼ਾਇਦ ਛੁਟਕਾਰਾ ਹੋ ਜਾਵੇ। ਅਗਰ ਨਾ ਭੋਗਿਆ ਤੇ ਵਿੱਚੇ ਹੀ ਰਹਿ ਜਾਊਗਾ ਮਨ। ਤਾਂ ਮੈਨੂੰ ਇਵੇਂ ਵੀ ਲੱਗ ਰਿਹਾ ਹੈ ਵੀ ਹਾਲੇ ਵੀ ਉਹਦਾ ਮਨ ਇੱਥੇ ਕੀ ਅਟਕਿਆ ਹੋਏਗਾ, ਕਿਉਂਕਿ ਏਡੀ ਛੇਤੀ ਵਾਸ਼ਨਾ ਛੁੱਟਦੀ ਥੋੜ੍ਹੀ ਹੈ। ਤੇ ਹੁਣ ਜਿੰਨਾ ਮਰਜ਼ੀ ਜਾਪ ਕਰੀ ਜਾਵੇ, ਚਿੰਤਨ ਕਰੀ ਜਾਵੇ, ਕੋਈ ਸਿਮਰਨ ਕਰੀਏ, ਜਿੰਨਾ ਚਿਰ ਚਾਹਤ ਬਾਹਰ ਸੰਸਾਰ ਦੀ ਹੈ,
ਕਿਵੇਂ ਧਿਆਨ ਟਿਕ ਜਾਊਗਾ? ਤੁਸੀਂ ਗੱਲ ਸਿੱਧੀ ਜੀ ਨਹੀਂ ਸਮਝ ਰਹੇ। ਇਹ ਧਾਰਮਿਕ ਲੋਕ ਵੀ ਨਹੀਂ ਸਮਝਦੇ, ਪਤਾ ਨਹੀਂ ਕੀ ਗੱਲ। ਵੀ ਜਿੰਨਾ ਚਿਰ ਚਾਹਤ ਬਾਰ ਹੈ ਤੁਹਾਡੀ ਸੰਸਾਰ ਦੇ ਵਿੱਚ ਕੁਝ ਵੀ ਹੈ, ਉਹਨਾਂ ਚਿਰ ਨਿਰਵਿਚਾਰ ਨਹੀਂ ਹੋ ਸਕਦੇ। ਤੇ ਸੁਣ ਨੂੰ ਸਮਝਣਾ ਨਹੀਂ ਹੈ, ਖਿਆਲ ਵਿੱਚ ਰੱਖੋ। ਸਮਝ ਵਿੱਚ ਨਹੀਂ ਆਵੇਗਾ ਸੁਣ, ਤੇ ਮੈਂ ਸਮਝਣ ਵਾਸਤੇ ਕਹਿ ਵੀ ਨਹੀਂ ਰਿਹਾ ਤੁਹਾਨੂੰ। ਮੈਂ ਕਹਿ ਰਿਹਾ ਤੁਸੀਂ ਸੁਣ ਹੋ ਸਕਦੇ ਹੋ, ਸੁਣ ਹੋਇਆ ਜਾ ਸਕਦਾ ਹੈ, ਪਰਮਾਤਮਾ ਹੋਇਆ ਜਾ ਸਕਦਾ ਹੈ। ਪਰਮਾਤਮਾ ਬਾਰੇ ਜਾਣਕਾਰੀ ਨਹੀਂ ਹੁੰਦੀ, ਸੁਣ ਬਾਰੇ ਜਾਣਕਾਰੀ ਥੋੜੀ ਹੋਵੇਗੀ, ਤੁਸੀਂ ਸੁਣ ਹੋ ਜਾਓਗੇ। ਹੋਵੋਗੇ ਕਿਵੇਂ? ਬਾਹਰ ਤੋਂ ਛੁਟਕਾਰਾ ਹੋਵੇਗਾ। ਉਹ ਬਾਹਰ ਗਿਣਤੀ ਵੱਧ ਗਈ ਨਾ। ਹੁਣ ਦੇਖੋ ਅੰਦਰੋਂ ਤੁਸੀਂ ਸੁਣ ਹੋ, ਜਦੋਂ ਬਾਹਰ ਦੇਖਦੇ ਹੋ ਤੇ ਗਿਣਤੀ ਮਿਣਤੀਆਂ ਤੇ ਬਾਹਰ ਹੀ ਹਨ ਨਾ ਸੰਸਾਰ ਦੀਆਂ। ਪਰਮਾਤਮਾ ਦੀ ਕੋਈ ਗਿਣਤੀ ਥੋੜੀ, ਇਸ ਕਰਕੇ ਉਹਨੂੰ ਸੁਣ ਕਿਹਾ ਹੈ, ਗਿਣਤੀ ਤੋਂ ਬਾਹਰ। ਸੰਸਾਰ ਦੀਆਂ ਗਿਣਤੀਆਂ ਹਨ ਤੇ ਸੰਸਾਰ ਦੀਆਂ ਗਿਣਤੀਆਂ 'ਚ ਤੁਸੀਂ ਉਲਝ ਗਏ। ਹੁਣ ਇਹਨਾਂ ਗਿਣਤੀਆਂ ਨੂੰ ਛੱਡ ਦਿਓ ਤੇ ਤੁਸੀਂ ਸੁਣ ਹੋਗੇ। ਹੁਣ ਤੁਸੀਂ ਸੁਣ ਹੋਣ ਵਾਸਤੇ ਉਹ ਜਿਹੜੀਆਂ ਗਿਣਤੀਆਂ ਹੋਣ ਉਹ ਅੰਦਰ ਸ਼ੁਰੂ ਕਰ ਦਿਓ, ਜਿਵੇਂ ਧਾਰਮਿਕ ਲੋਕ ਕਰਦੇ ਆ। ਇੰਨੇ ਹਜ਼ਾਰ ਪਾਠ ਕਰਨੇ, ਇੰਨੇ ਲੱਖ ਮੰਤਰਾਂ ਦੇ ਜਾਪ ਕਰਨੇ, ਉਹ ਲੱਗ ਰਹੇ ਹਨ ਗਿਣਤੀਆਂ ਮਿਣਤੀਆਂ ਦੇ ਵਿੱਚ। ਉਹ ਗਿਣਤੀਆਂ ਮਿਣਤੀਆਂ ਬਾਹਰਲੀ ਅੰਦਰ ਸ਼ੁਰੂ ਹੋ ਗਈ, ਫਸੇ ਹੋਏ ਗਿਣਤੀਆਂ ਮਿਣਤੀਆਂ 'ਚ। ਤੇ ਗਿਣਤੀਆਂ ਮਿਣਤੀਆਂ ਛੱਡਣੀਆਂ ਹਨ। ਭਾਵ ਹੈ ਕਿ ਬਾਹਰ ਅਨੇਕਤਾ ਹੈ, ਅਨੇਕਤਾ ਦੇ ਵਿੱਚ ਮਨ ਉਲਝ ਗਿਆ। ਹੁਣ ਤੁਸੀਂ ਇੱਕ ਥੋੜੀ ਹੋ, ਤੁਸੀਂ ਕਈ ਰੂਪ ਹੋ ਆਪਣੇ ਅੰਦਰ। ਉਹ ਜਿੰਨੇ ਵੀ ਰੂਪ ਹਨ ਤੁਹਾਡੇ ਅੰਦਰ, ਉਹ ਸਾਰੇ ਹੀ ਛੱਡਣੇ ਹਨ। ਹੁਣ ਤੁਸੀਂ ਇਉਂ ਸਮਝ ਲਵੋ, ਜਿਵੇਂ ਤੁਸੀਂ ਕਿਸੇ ਦੇ ਬੇਟੇ ਹੋ, ਕਿਸੇ ਦੇ ਪਤੀ ਹੋ, ਕਿਸੇ ਦੇ ਭਾਈ ਹੋ, ਕਿਸੇ ਦੇ ਪਿਤਾ ਹੋ। ਇਹ ਵੀ ਸੰਬੰਧ ਹੀ ਹਨ। ਹੁਣ ਕਿੰਨੇ ਆਦਮੀ ਹੋ ਤੁਸੀਂ? ਤੁਸੀਂ ਦੁਕਾਨਦਾਰ ਹੋ, ਜੋ ਦੁਕਾਨ ਤੇ ਬੈਠਦੇ ਹੋ, ਕਾਰੋਬਾਰ ਤੇ ਕਰਦੇ ਹੋ, ਕਾਰੋਬਾਰੀ ਹੋ। ਕੋਈ ਇੰਜੀਨੀਅਰ ਹੈ, ਕੋਈ ਟੀਚਰ ਹੈ, ਕੋਈ ਮਾਸਟਰ ਹੈ, ਕੁਛ ਨਾ ਕੁਛ ਹਰ ਕੋਈ ਬਾਹਰ ਹੈ। ਤੇ ਜੋ ਵੀ ਤੁਸੀਂ ਬਾਹਰ ਹੁੰਦੇ ਹੋ ਵੈਸੇ ਹੀ ਤੁਸੀਂ ਬਣਦੇ ਹੋ ਨਾ। ਹੁਣ ਡਾਕਟਰ ਦੀ ਦੁਕਾਨ ਤੇ ਬੈਠਦਾ ਹੈ ਤੇ ਡਾਕਟਰ ਵਾਂਗੂ ਹੀ ਬੈਠਦਾ ਹੈ। ਉਹ ਟੂਟੀ ਜਿਹੀ ਲਟਕਾ ਕੇ ਕੰਨਾਂ ਦੇ ਵਿੱਚ ਪਾ ਕੇ ਵੀ ਪਤਾ ਲੱਗੇ ਡਾਕਟਰ। ਉਹ ਡਾਕਟਰ ਬਣ ਬੈਠਦਾ ਹੈ ਨਾ, ਉਹ ਵੀ ਰੂਪ ਹੈ ਇਹਦਾ। ਇੱਦਾਂ ਹੀ ਤੁਹਾਡੇ ਰੂਪ ਆ। ਤੁਸੀਂ ਬੱਚਿਆਂ ਦੇ ਸਾਹਮਣੇ ਪਿਤਾ ਬਣ ਕੇ ਬੈਠਦੇ ਹੋ। ਬੱਚਿਆਂ ਦੇ ਸਾਹਮਣੇ ਵੈਸੇ ਨਹੀਂ ਬੈਠਦੇ ਹੋ ਜਿਸ ਤਰ੍ਹਾਂ ਦੋਸਤਾਂ ਦੇ ਸਾਹਮਣੇ ਬੈਠਦੇ, ਹਾਣੀਆਂ ਦੇ ਸਾਹਮਣੇ ਬੈਠਦੇ। ਪਤਨੀ ਦੇ ਸਾਹਮਣੇ ਪਤੀ ਬਣ ਬੈਠਦੇ ਹੋ, ਪਤਨੀ ਵੀ ਇੱਦਾਂ ਹੀ ਹੈ। ਤਾਂ ਤੁਹਾਡੇ ਅਨੇਕ ਰੂਪ ਹੋ ਗਏ ਹਨ ਬਾਹਰ। ਤੁਸੀਂ ਇਹਨਾਂ ਰੂਪਾਂ ਦੇ ਵਿੱਚ ਖੋ ਗਏ ਹੋ ਬਾਹਰ। ਤੁਸੀਂ ਅਨੇਕ ਹੋ ਗਏ, ਅਨੇਕ ਮਨ ਹੋ ਗਿਆ, ਅਨੇਕ ਟੁਕੜੇ ਹੋ ਗਏ ਹਨ ਤੁਹਾਡੇ ਮਨ ਦੇ। ਫੈਲ ਗਈ ਹੈ ਸੁਰਤ ਬਾਹਰ। ਤੇ ਬਾਹਰ ਜਿਹੜੀ ਫੈਲੀ ਹੋਈ ਹੈ ਉਹਨੂੰ ਜਾਪ ਕਰਕੇ ਥੋੜੀ ਤੁਸੀਂ ਇਕਾਗਰ ਕਰ ਲਓ। ਫੈਲੀ ਕਿਉਂ ਹੈ? ਇਹੋ ਮੈਂ ਕਹਿਣਾ ਨਾ, ਕਾਰਨ ਨੂੰ ਛੱਡੋ। ਤੁਸੀਂ ਕੁਛ ਵੀ ਨਾ ਬਣੋ ਸੰਸਾਰ ਦੇ ਵਿੱਚ। ਨਾ ਪਿਤਾ ਬਣੋ, ਨਾ ਪੁੱਤਰ ਬਣੋ, ਨਾ ਪਤੀ ਬਣੋ। ਬਣੋ ਕੁਛ ਨਾ, ਸਭ ਕੁਝ ਛੱਡੀ ਜਾਓ। ਇੱਕ ਦਿਨ ਤੁਸੀਂ ਸਭ ਕੁਝ ਛੱਡ ਦਿਓ ਨਾ। ਅਗਰ ਤੁਹਾਨੂੰ ਕੋਈ ਪੁੱਛੇ ਵੀ ਤੁਸੀਂ ਕੌਣ ਹੋ, ਤੁਸੀਂ ਦੱਸ ਨਾ ਸਕੋ ਮੈਂ ਕੌਣ ਹਾਂ। ਜਿਵੇਂ ਕਬੀਰ ਜੀ ਨੇ ਕਿਹਾ ਹੈ ਨਾ, ਹਮਰਾ ਕੋ ਨਾਹੀ ਹਮ ਕਿਸ ਹੋ ਕੇ ਨਾਹੀ, ਜਿਨੇ ਹੇ ਰਚਨੇ ਰਚਾਇਆ ਤਿਸ ਹੀ ਮਾਹਿ ਸਮਾ। ਕਹਿੰਦੇ ਨਾ ਮੇਰਾ ਕੋਈ ਹੈ, ਨਾ ਮੈਂ ਕਿਸੇ ਦਾ। ਸਾਰੇ ਹੀ ਸੰਬੰਧ ਛੁੱਟ ਗਏ ਬਾਹਰ। ਹੁਣ ਕਬੀਰ ਜੀ ਨਾ ਪਿਤਾ ਰਹੇ, ਨਾ ਪੁੱਤਰ ਰਹੇ। ਉਹ ਤਾਂ ਤੁਸੀਂ ਲਿਖਦੇ ਹੋ ਕਹਾਣੀਆਂ ਦੇ ਵਿੱਚ, ਕਥਾ ਦੇ ਵਿੱਚ। ਹੈ ਥੋੜੀ ਸਾਨੂੰ ਕਿਸੇ ਦੇ ਕੋਈ।
ਤਾਂ ਉਹਨਾਂ ਨੇ ਸਾਰੇ ਸੰਬੰਧ ਤੋੜ ਦਿੱਤੇ ਸਨ ਬਾਹਰ, ਤੇ ਬਾਹਰ ਨੂੰ ਸੰਬੰਧ ਤੋੜਨੇ ਹਨ। ਤੇ ਸਾਧੂ ਮਹਾਤਮਾ ਦੇ ਵੀ ਆਪਣੀ ਸੰਗਤ ਦੇ ਨਾਲ, ਪ੍ਰੇਮੀਆਂ ਦੇ ਨਾਲ ਸੰਬੰਧ ਬਣ ਜਾਂਦੇ ਹਨ। ਉਹਨਾਂ ਨੂੰ ਹੀ ਯਾਦ ਕਰਦੇ ਰਹਿੰਦੇ, ਟੈਲੀਫੋਨ ਕਰਦੇ ਰਹਿੰਦੇ, ਉਹਨਾਂ ਦੇ ਨਾਲ ਹੀ ਜੁੜੇ ਹੋਏ ਸਿੱਖ ਸੰਗਤ ਦੇ ਨਾਲ। ਆਪਣੀ ਆਪਣੀ ਜਿਵੇਂ ਤੁਹਾਡਾ ਪਰਿਵਾਰ ਹੈ, ਉੱਦਾਂ ਹੀ ਉਹਨਾਂ ਦਾ ਵੀ ਪਰਿਵਾਰ ਹੈ, ਉਹਨਾਂ 'ਚ ਧਿਆਨ ਰਹਿੰਦਾ। ਡੇਰੇ ਗੁਰਦੁਆਰੇ ਚਲਾਉਣ ਵਿੱਚ ਧਿਆਨ, ਉਹ ਵੀ ਉਲਝੇ ਹੋਏ ਆ। ਬਾਹਰ ਸੁਰਤ ਫੈਲੀ ਹੈ, ਧਿਆਨ ਬਾਹਰ ਲੱਗਾ ਹੋਇਆ। ਤੇ ਬਾਹਰ ਟੁਕੜੇ ਟੁਕੜੇ ਹੋ ਜਾਂਦੀ ਹੈ ਸੁਰਤ, ਬਾਹਰੋਂ ਹਟਾਉਣੀ, ਬਾਹਰੋਂ ਧਿਆਨ ਹਟਾਉਣਾ। ਇਕਾਗਰ ਦਾ ਭਾਵ ਇਹੋ ਹੀ। ਹੁਣ ਇਕਾਗਰ ਸ਼ਬਦ ਦੁਆਰਾ ਕੋਸ਼ਿਸ਼ ਤੇ ਬਹੁਤ ਕਰਦੇ ਹਨ, ਪਰ ਹੋਵੇਗਾ ਕਿਵੇਂ? ਇਹੋ ਮੈਂ ਕਹਿ ਰਿਹਾ ਨਾ, ਹੁੰਦਾ ਨਹੀਂ ਹੈ। ਅੱਜ ਜਿਹੜਾ ਨੌਜਵਾਨ ਆਇਆ ਸੀ ਨਾ, ਇਹ ਕਹਿੰਦਾ ਹਜ਼ਾਰਾਂ ਹੀ ਗੁਰਮੁਖ ਪਿਆਰਿਆਂ ਦੇ ਨਾਲ ਰਿਹਾ ਹੈ, ਜਿਹੜੇ ਸਾਧਕ ਹਨ, ਸਾਧਨਾ ਕਰਨ ਵਾਲੇ ਹਨ, ਤੋ ਵੀ ਉੱਦਾਂ ਹੀ ਸਾਧਨਾ ਕਰੀ ਜਾਂਦੇ। ਕੋਈ ਨਹੀਂ ਦੱਸ ਰਿਹਾ ਹੈ ਉਹਨਾਂ ਨੂੰ ਵੀ ਕੁਛ ਕੀਤਿਆਂ ਥੋੜ੍ਹੀ ਰੱਬ ਮਿਲ ਜਾਵੇਗਾ। ਤੁਸੀਂ ਮੂਲ ਮੰਤਰ ਦੇ ਜ਼ਿਆਦਾ ਪਾਠ ਕਰ ਲਏ ਜਾਂ ਹੋਰ ਜਾਪ ਕਰ ਲਏ, ਕੁਛ ਕੀਤਿਆਂ ਰੱਬ ਨਹੀਂ, ਕੀਤਿਆਂ ਸੰਸਾਰ ਮਿਲਦਾ ਹੈ, ਰੱਬ ਥੋੜ੍ਹੀ। ਸੰਸਾਰ ਕਰਕੇ ਮਿਲਦਾ ਹੈ, ਕੁਛ ਕਰੋਗੇ ਸੰਸਾਰ 'ਚ ਪਾਓਗੇ, ਪਰ ਰੱਬ ਥੋੜ੍ਹੀ। ਰੱਬ ਕਰਕੇ ਥੋੜ੍ਹੀ, ਉਹ ਕਰਤਾ ਭਾਵ ਛੱਡਣਾ ਹੈ ਤੇ ਬਾਹਰ ਛੱਡਣਾ ਹੈ। ਖਿਆਲ ਵਿੱਚ ਰੱਖੋ, ਸੁਣ ਨੂੰ ਸਮਝਣਾ ਨਹੀਂ ਹੈ। ਮੈਂ ਸਮਝਾ ਨਹੀਂ ਰਿਹਾ ਹਾਂ ਸੁਣ ਨੂੰ, ਖਿਆਲ ਵਿੱਚ ਰੱਖੋ, ਨਾ ਹੀ ਪ੍ਰਮਾਤਮਾ ਨੂੰ। ਮੈਂ ਕਹਿ ਰਿਹਾ ਹਾਂ ਤੁਸੀਂ ਸੁਣ ਹੋ ਸਕਦੇ ਹੋ, ਅਗਰ ਹੋਣਾ ਹੈ ਨਾ ਤੇ ਉਦੋਂ ਤੁਸੀਂ ਆ ਜਾਇਓ। ਸਮਝਾਉਣ ਵਾਲੇ ਤੁਹਾਨੂੰ ਬਹੁਤ ਮਿਲ ਜਾਣਗੇ। ਅਗਰ ਤੁਸੀਂ ਸਮਝਣਾ ਹੀ ਤਾਂ ਸਮਝੀ ਜਾਓ ਸਾਰੀ ਜ਼ਿੰਦਗੀ। ਕਈ ਸਾਰੀ ਜ਼ਿੰਦਗੀ ਸਮਝੀ ਜਾ ਰਹੇ ਹਨ, ਸਮਝ ਕੇ ਮਰੀ ਜਾਂਦੇ ਲੋਕ, ਹੱਦ ਹੋ ਗਈ। ਜਿਹੜੀ ਗੱਲ ਜਾਣੀ ਜਾ ਸਕਦੀ ਉਹਨੂੰ ਸਮਝੀ ਜਾਂਦੇ ਹਨ। ਧਾਰਮਿਕ ਲੋਕ ਸਮਝ ਰਹੇ ਹਨ ਤੇ ਸਮਝਾ ਰਹੇ ਹਨ। ਦੇਖੋ ਤੁਸੀਂ, ਤੇ ਕਈ ਜਾਣਨਾ ਵੀ ਚਾਹੁੰਦੇ ਹਨ, ਤੋ ਸੋਚਦੇ ਹਨ ਕਿ ਕੁਛ ਸਮਾਂ ਅਜੇ ਹੋਰ ਰੁਕ ਜਾਈ, ਅਜੇ ਬੱਚੇ ਛੋਟੇ ਹਨ, ਵਿਆਹੁਣ ਵਾਲੇ ਹਨ, ਉਹਨਾਂ ਚਿਰ ਸਮਝ ਲੈਂਦੇ। ਪਰ ਸਮਝਦਿਆਂ ਹੀ ਉਮਰ ਨਿਕਲ ਜਾਣੀ ਹੈ, ਸਮਝ ਵਿੱਚ ਕੁਝ ਨਹੀਂ ਆਉਣਾ ਹੈ। ਫਿਰ ਪਾਛੇ ਪਛਤਾਓ, ਚਿੜੀਆ ਚੁੱਗ ਗਈ ਖੇਤ। ਫਿਰ ਉਮਰ ਲੰਘ, ਬੁਢੇਪੇ 'ਚ ਜਾ ਕੇ ਕਿੱਥੇ ਫਿਰ ਸਮਝ ਵਿੱਚ ਆਉਂਦਾ ਹੈ, ਜਵਾਨੀ 'ਚ ਨਹੀਂ ਆ ਸਕਦੀ। ਤੇ ਸਮਾਂ ਜਦੋਂ ਲੰਘ ਗਿਆ, ਬਹੁਤ ਸਾਰੇ ਤਿਆਰੀ ਹੀ ਕਰਦੇ ਰਹਿੰਦੇ ਹਨ। ਕਿਉਂਕਿ ਸੰਸਾਰ ਵੱਲੋਂ ਧਿਆਨ ਹਟਾਉਣਾ ਔਖਾ ਹੈ, ਸੰਸਾਰ ਵੱਲੋਂ ਮਿਟਣਾ ਪੈਣਾ ਹੈ। ਖਿਆਲ ਵਿੱਚ ਰੱਖੋ, ਸੰਸਾਰ ਝੂਠ ਹੈ, ਇਹ ਵਾਸਤਵਿਕ ਨਹੀਂ ਹੈ। ਝੂਠ ਵੱਲੋਂ ਧਿਆਨ ਹਟਾਓਗੇ ਤਾਂ ਸੱਤ ਵੱਲ ਜਾਊਗਾ। ਬਾਹਰ ਝੂਠ ਹੈ ਜੋ ਦਿਖ ਰਿਹਾ ਹੈ, ਦ੍ਰਿਸ਼ਟਮਾਨ ਹੈ ਸਗਲ ਮਥੇ। ਇੱਧਰੋਂ ਧਿਆਨ ਹਟਾਓਗੇ ਤਾਂ ਹੀ ਜਾਵੇਗਾ ਨਾ ਸੱਤ ਵੱਲ, ਤੇ ਛੱਡਣਾ ਹੀ ਪਵੇਗਾ। ਇਹ ਸਾਹਸ ਜੁਟਾਉਣਾ ਪਵੇਗਾ, ਹਿੰਮਤ। ਤੇ ਜਿਹੜੇ ਤੇ ਗ੍ਰਿਚ ਫਸੇ ਹਨ, ਬਾਲ ਬੱਚੇ ਵਾਲੇ, ਚਲੋ ਉਹਨਾਂ ਕੋਲ ਇੰਨੀ ਹਿੰਮਤ ਸ਼ਾਇਦ ਨਾ ਹੋਵੇ, ਕਿਉਂਕਿ ਉਹ ਮੋਹ ਦੇ ਜਾਲ ਵਿੱਚ ਫਸੇ ਹੋਏ ਆ। ਬਹੁਤ ਕਠਿਨ ਹੈ ਮੋਹ ਦੇ ਜਾਲ ਨੂੰ ਤੋੜਨਾ। ਪਰ ਜਿਹੜੇ ਬਾਹਰ ਹਨ, ਉਹਨਾਂ ਕੋਲ ਵੀ ਹਿੰਮਤ ਨਹੀਂ ਹੈ। ਬਹੁਤ ਵੱਡਾ ਸਾਹਸ ਹੋਣਾ ਚਾਹੀਦਾ।
ਆਪਣੇ ਆਪ ਨੂੰ ਗਵਾਉਣਾ ਹੈ, ਮਿਟਾਉਣਾ ਹੈ। ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਮਨ ਦਾ ਮਰਨਾ, ਮੈਂ ਦਾ ਮਰਨਾ ਇੱਕ ਬਰਾਬਰ। ਸੰਸਾਰ ਵੱਲੋਂ ਧਿਆਨ ਹਟਾਉਣਾ, ਝੂਠ ਨੂੰ ਛੱਡਣਾ। ਤੇ ਮੈਂ ਕਹਿੰਦਾ ਹਾਂ, ਤੁਸੀਂ ਜਾਣੋ ਨਾ, ਜਾਣਨ ਦੀ ਚੇਸ਼ਟਾ ਨਾ ਕਰੋ। ਬਸ ਬੁੱਧੀ ਨੂੰ ਸੰਸਾਰ ਵੱਲੋਂ ਹਟਾਉਣ ਵਿੱਚ ਲਾ ਦਿਓ। ਬੁੱਧੀ ਦਾ ਉਪਯੋਗ ਇਹੋ ਹੀ ਹੈ, ਜੋ ਝੂਠ ਫੜਿਆ ਹੈ ਨਾ, ਉਹਨੂੰ ਛੱਡਣ ਵਿੱਚ ਲੱਗ ਜਾਵੇ। ਬਸ ਝੂਠ ਨੂੰ ਛੱਡਣ ਵਿੱਚ ਬੁੱਧੀ ਨੂੰ ਲਾ ਦਿਓ, ਪਰਮਾਤਮਾ ਨੂੰ ਜਾਣਨ ਵਿੱਚ ਨਾ ਲਾਓ। ਪਰਮਾਤਮਾ ਆਪੇ ਮਿਲ ਪੈਣਾ ਤੁਹਾਨੂੰ, ਜੇ ਤੁਸੀਂ ਪੂਰਾ ਦਾ ਪੂਰਾ ਬੁੱਧੀ ਨੂੰ ਛੱਡਣ ਵਿੱਚ ਲਾ ਦਿੱਤਾ ਤੇ ਆਖਰਕਾਰ ਛੁੱਟੇਗਾ ਹੀ ਨਾ। ਜੋ ਝੂਠ ਹੈ ਛੁੱਟ ਜਾਵੇਗਾ। ਝੂਠ ਨੂੰ ਛੱਡਣ ਵਿੱਚ ਲਾਓ, ਸੁਣਨ ਨੂੰ ਜਾਣਨ ਵਿੱਚ ਨਾ ਲਾਓ। ਜੋ ਬਾਹਰ ਪਕੜਿਆ ਹੈ ਉਹਨੂੰ ਛੱਡਣ ਵਿੱਚ ਲਾਓ, ਤੇ ਆਪਣੇ ਆਪ ਤੁਸੀਂ ਘਰ ਆ ਜਾਓਗੇ। ਜਹ ਘਰ ਤੂੰ ਰਹਿਣਾ ਬਸ, ਸੋ ਕਰ ਦਿਓ ਵਿਸਾਰ, ਸੋ ਕਰ ਦਿਓ ਵਿਸਾਰ, ਸੋ ਕਰ ਦਿਓ।